Problematic essay. Do you guys agree with me when we get problematic essay in our final exam? There's always a little smile on our face. Why? Because problematic essay seems little easy to all of us as compared to the other types. Let's say ओपीनियन बेस्ड ऐसे सानू आया उसकी बजाय अगर आ जाए प्रॉब्लमैटिक ऐसे है ना किसी चीज़ दियाँ प्रॉब्लम्स डिस्कस करो उसके कॉजेस एंड सॉल्यूशंस प्रोवाइड करो दैन इट सीम्स लिटिल ईजी सानू हमेशा लगता है कि ਅਸੀਂ ਇਸ ਨੂੰ ਵਧੀਆ ਤਰੀਕੇ ਨਾਲ ਪਰਫਾਰਮ ਕਰ ਸਕਦੇ ਹਾਂ ਐਂਡ ਇੱਕਦਮ ਪਰਫਾਰਮ ਕਰਨਾ ਵੀ ਸਟਾਰਟ ਕਰ ਸਕਦੇ ਹਾਂ without any doubt without giving a second. However learners, there are few strategies which you should always follow so that you could write problematic essay very effectively and impressively. So hello everyone, this is Parneet. I hope you all are doing good. So today in this video we are going to discuss problematic essay, what things are required for a problematic essay or ਇੱਕ problematic essay ਜਦੋਂ ਤੁਹਾਨੂੰ ਆਉਂਦਾ ਤੁਸੀਂ ਉਸ ਨੂੰ ਕਿਸ ਤਰ੍ਹਾਂ ਲਿਖੋ. First of all, problematic essay ਦੇ ਵਿੱਚ ਤੁਹਾਨੂੰ ਲਿਖਣਾ ਕੀ ਹੁੰਦਾ ਤੁਸੀਂ either you get causes or solutions ਜਾਂ ਫਿਰ ਤੁਹਾਨੂੰ ਤਿੰਨ ਚੀਜ਼ਾਂ ਵੀ ਉਹ ਪੁੱਛ ਸਕਦੇ ਨੇ ਇਫੈਕਟਸ ਕੀ ਨੇ ਉਹ ਪ੍ਰੋਬਲਮ ਦੇ ਦੈਨ causes ਕੀ ਨੇ ਉਹ ਪ੍ਰੋਬਲਮ ਦੇ ਐਂਡ ਐਂਡ ਦੇ ਵਿੱਚ ਵੇ ਆਊਟਸ ਔਰ ਸੋਲੂਸ਼ਨਸ ਕੀ ਨੇ ਜਿਹੜੇ ਤੁਸੀਂ ਪ੍ਰੋਵਾਈਡ ਕਰਨੇ ਨੇ ਫਾਈਨ ਮੋਸਟ ਆਫ ਦਾ ਟਾਈਮ 98% ਕੇਸਿਸ ਦੇ ਵਿੱਚ ਕੀ ਹੁੰਦਾ ਹੈ ਆਪਾਂ ਨੂੰ ਉਹ ਦੋ ਚੀਜ਼ਾਂ ਹੀ ਪੁੱਛਦੇ ਨੇ causes ਐਂਡ ਦਾ ਸੋਲੂਸ਼ਨਸ ਫਾਈਨ ਨਾਓ ਪ੍ਰੋਬਲਮੈਟਿਕ ਐਸੇ ਦੀਆਂ ਡਿਫਰੈਂਟ ਟਾਈਪਸ ਹੁੰਦੀਆਂ ਨੇ ਲੈਟਸ ਸੇ ਪ੍ਰੋਬਲਮੈਟਿਕ ਐਸੇ ਤੁਹਾਨੂੰ ਕੋਈ ਗਲੋਬਲ ਵਾਰਮਿੰਗ ਦੇ ਉੱਪਰ ਆ ਗਿਆ ਲਾਈਕ এনवायरमेंटल ਇਸ਼ੂ ਆ ਗਿਆ ਗਲੋਬਲ ਵਾਰਮਿੰਗ ਜਾਂ ਪੋਲੂਸ਼ਨ ਆ ਗਿਆ ਇਸ ਤੋਂ ਬਿਨਾਂ ਵੀ ਬਹੁਤ ਸਾਰੀਆਂ ਟਾਈਪਸ ਹੋ ਸਕਦੀਆਂ ਨੇ ਫॉर इंस्टेंस वायलेंस हो गया plagiarism हो गया or you could get many students do not finish school what are the causes and the solutions of this problem ਜਾਂ ਫਿਰ extinction of species ਦੇ ਉੱਪਰ ਆ ਗਿਆ plastic ਨੂੰ ਲੈ ਕੇ ਆ ਗਿਆ so there are numerous topics there are vast variety of topics when it comes to problematic essay and ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਆ ਸਕਦਾ ਹੈ ਠੀਕ ਹੈ now how to write a problematic essay let's say problematic essay ਸਾਨੂੰ ਇੱਕ ਆ ਗਿਆ ਠੀਕ ਹੈ ਉਹਦੇ ਨਾਲ ਇੱਕ ਸਾਡੇ ਫੇਸ ਤੇ ਸਮਾਈਲ ਤਾਂ ਆਏਗੀ ਬਟ ਐਟ ਦ ਸੇਮ ਟਾਈਮ ਤੁਸੀਂ ਫੁੱਲ ਕਨਸੈਂਟਰੇਸ਼ਨ ਦੇ ਨਾਲ ਵੀ ਉੱਥੇ ਬੈਠਣਾ ਹੈ ਪ੍ਰੋਪਰ ਤੁਹਾਡਾ ਮਾਈਂਡ ਸੈਟ ਹੋਣਾ ਚਾਹੀਦਾ ਹੈ ਨਾ ਮਾਈਂਡ ਸੈਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਲਾਈਕ ਵਟ ਆਈ ਸ਼ੁੱਡ ਰਾਈਟ ਇਨ ਦ ਇੰਟਰੋਡਕਸ਼ਨ ਟੂ ਮੇਕ ਇਟ ਇਫੈਕਟਿਵ ਹੈ ਨਾ ਜਾਂ ਫਿਰ ਮੈਂ ਬੀਪੀਜ਼ ਨੂੰ ਕਿਸ ਤਰ੍ਹਾਂ ਲਿਖਾਂ ਜਾਂ ਫਿਰ ਮੈਂ ਕਨਕਲੂਜਨ ਨੂੰ ਜਿਹੜਾ ਮੇਰਾ ਲਾਸਟ ਇੰਪ੍ਰੈਸ਼ਨ ਹੋਣ ਵਾਲਾ ਉਸ ਨੂੰ ਕਿਸ ਤਰ੍ਹਾਂ ਲਿਖਾਂ ਸੋ ਆਪਾਂ ਡਿਸਕਸ ਕਰਾਂਗੇ one on one ਨੰਬਰ 1 ਇਜ਼ ਇੰਟਰੋਡਕਸ਼ਨ ਨਾਓ ਇੰਟਰੋਡਕਸ਼ਨ ਦੇ ਵਿੱਚ ਅਸੀਂ 3 ਪਾਰਟਸ ਨੂੰ ਹੀ ਲਿਖਦੇ ਹਾਂ ਫਰਸਟ ਇਜ਼ ਜਨਰਲ ਸਟੇਟਮੈਂਟ ਸੈਕੰਡ ਇਜ਼ ਪੈਰਾਫਰੇਜ਼ਿੰਗ ਐਂਡ ਥਰਡ ਇਜ਼ ਥੀਸਿਸ ਲੈਟਸ ਸੇ ਗਾइस ਜਨਰਲ ਸਟੇਟਮੈਂਟ ਹੁਣ ਆਈ ਤੁਹਾਨੂੰ ਕੋਈ ਗਲੋਬਲ ਵਾਰਮਿੰਗ ਦੇ ਉੱਪਰ ਐਸੇ ਆ ਗਿਆ ਹੈ ਨਾ ਜਾਂ ਫਿਰ ਐਕਸਟਿੰਕਸ਼ਨ ਆਫ ਸਪੀਸ਼ੀਜ਼ ਦੇ ਉੱਪਰ ਐਸੇ ਆ ਗਿਆ ਪ੍ਰੋਬਲਮੈਟਿਕ ਐਸੇ ਦੇ ਵਿੱਚ ਹਮੇਸ਼ਾ ਸਾਡੇ ਕੋਲ ਇੱਕ ਬੈਨੀਫਿਟ ਹੁੰਦਾ ਹੈ ਬੈਨੀਫਿਟ ਪੋਜ਼ਿਟਿਵ ਪੁਆਇੰਟ ਕੀ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਟੌਪਿਕਸ ਸਾਨੂੰ ਪਤਾ ਹੈ ਐਂਡ ਉਹਨਾਂ ਦੀ ਜਿਹੜੀ ਜਨਰਲ ਸਟੇਟਮੈਂਟਸ ਹੁੰਦੀਆਂ ਨੇ ਜਨਰਲ ਲਾਈਨਸ ਹੁੰਦੀਆਂ ਨੇ ਉਹ ਅਸੀਂ ਆਲਰੇਡੀ ਮੀਨਸ ਬਿਫੋਰ ਐਗਜ਼ਾਮ ਐਟ ਦ ਟਾਈਮ ਆਫ ਪ੍ਰੀਪਰੇਸ਼ਨ ਉਹਨਾਂ ਨੂੰ ਅਸੀਂ ਆਪਣਾ ਪ੍ਰਿਪੇਅਰ ਕਰ ਸਕਦੇ ਹਾਂ ਠੀਕ ਹੈ ਪਹਿਲਾਂ ਤੋਂ ਹੀ ਤੁਸੀਂ ਉਹਨੂੰ ਲਰਨ ਕਰ ਸਕਦੇ ਹੋ ਜਦੋਂ ਵੀ ਇੱਕ ਪਰਟੀਕੂਲਰ ਟੌਪਿਕ ਤੇ ਤੁਹਾਨੂੰ ਕੋਈ ਵੀ ਸਟੇਟਮੈਂਟ ਆਏ ਸੋ ਗਾइस ਇਟਸ ਮੈਂਡੇਟਰੀ ਟੂ ਰਾਈਟ ਅ ਗੁੱਡ ਜਨਰਲ ਸਟੇਟਮੈਂਟ second comes to the paraphrasing so guys we can do paraphrasing in two ways if you are an academic student then ਤੁਸੀਂ ਕੀ ਕਰ ਸਕਦੇ ਹੋ at that time you could only use the synonyms means ਤੁਸੀਂ words ਨੂੰ change ਕਰ ਸਕਦੇ ਹੋ ਤੁਸੀਂ ਸਿਰਫ synonyms ਜੋ ਤੁਹਾਨੂੰ question ਦੀ statement ਆਈ ਤੁਸੀਂ ਉਸਦੇ synonyms ਲਿਖ ਦਿਓ words ਨੂੰ change ਕਰ ਦਿਓ then it's more than sufficient because your band requirement is only of 6 or 6.5 however if you are a GT student then your requirement is of 7 or 7 plus at that time you should follow the second method that is of structures or I might say you should follow both you have to change the words like write down the synonyms of the statement ਜਿਹੜੀ ਤੁਹਾਨੂੰ ਕੁਐਸਚਨ ਦੇ ਵਿੱਚ ਪੁੱਛੀ ਗਈ ਹੈ and at the same time you have to change the structure as well ਹੈ ਨਾ ਤੁਹਾਨੂੰ ਸਟਰਕਚਰ ਵੀ ਚੇਂਜ ਕਰਨਾ ਪਏਗਾ ਨਾ ਸਟਰਕਚਰ ਤੁਸੀਂ ਕਿਸ ਤਰ੍ਹਾਂ ਚੇਂਜ ਕਰ ਸਕਦੇ ਹੋ ਸਾਨੂੰ ਕੁਐਸਚਨ ਸਟੇਟਮੈਂਟ ਆਈ ਉਹਨਾਂ ਨੇ ਕਿਸ ਤਰ੍ਹਾਂ ਪੁੱਛਿਆ ਐਕਟਿਵ ਸਟੇਟਮੈਂਟ ਦੇ ਵਿੱਚ ਪੁੱਛਿਆ ਤਾਂ ਤੁਸੀਂ ਉਸ ਨੂੰ ਜਦੋਂ ਪੈਰਾਫਰੇਜ਼ਿੰਗ ਕਰਦੇ ਹੋ ਹਮੇਸ਼ਾ ਪੈਸਿਵ ਦੇ ਵਿੱਚ ਯੂਜ਼ ਕਰੋ when you guys choose the passive structure while doing paraphrasing then it will become very effective and impressive ਤੁਹਾਨੂੰ ਆਪਣੇ ਆਪ ਪੜ੍ਹ ਕੇ ਵੀ ਵਧੀਆ ਲੱਗੇਗਾ ਕਿ ਹਾਂ ਮੈਂ ਸਟਰਕਚਰ ਵੀ ਚੇਂਜ ਕੀਤਾ ਮੈਂ ਸਿਨੋਨਿਮਸ ਵੀ ਚੇਂਜ ਕੀਤੇ ਨੇ ਅਗਰ ਤੁਸੀਂ ਐਕੈਡੈਮਿਕ ਸਟੂਡੈਂਟ ਹੋ ਤੁਸੀਂ ਬੋਥ ਕਰ ਸਕਦੇ ਹੋ ਲਾਈਕ ਵਰਡਸ ਨੂੰ ਵੀ ਚੇਂਜ ਕਰ ਸਕਦੇ ਹੋ ਸਿਨੋਨਿਮਸ ਵੀ ਚੇਂਜ ਕਰ ਸਕਦੇ ਹੋ ਦੈਨ ਆਈ ਰਿਕਮੈਂਡ ਤੁਸੀਂ ਦੋਨਾਂ ਨੂੰ ਕਰਕੇ ਆਓ ਇਫ ਯੂ ਏਮ ਟੂ ਅਚੀਵ ਅ ਹਾਇਰ ਬੈਂਡ ਸਕੋਰ ਫਾਈਨ ਹੁਣ ਪੈਰਾਫਰੇਜ਼ਿੰਗ ਹੋ ਗਈ ਦੈਨ ਕਮਸ ਟੂ ਦ ਥੀਸਿਸ ਗਾइस ਮੈਂ ਹਮੇਸ਼ਾ ਕਹਿੰਦੀ ਹਾਂ ਥੀਸਿਸ ਇਜ਼ ਦ ਬੈਕਬੋਨ ਆਫ ਐਨੀ ਐਸੇ ਥੀਸਿਸ ਤੋਂ ਹੀ ਤੁਸੀਂ ਐਗਜ਼ਾਮੀਨਰ ਨੂੰ ਇੱਕ ਹਾਈਲਾਈਟਿੰਗ ਫੀਚਰ ਦੇ
ਦੇ ਦਿੰਦੇ ਹੋ, ਹਾਈਲਾਈਟਿੰਗ ਪੁਆਇੰਟ ਦੇ ਦਿੰਦੇ ਹੋ that what you are going to write inside an essay, proper full essay ਦੇ ਵਿੱਚ ਤੁਸੀਂ ਕੀ ਲਿਖਣ ਜਾ ਰਹੇ ਹੋ। fine, now thesis as like other essays, let's say opinion based essay ਆ ਗਿਆ, ਉਸ ਟਾਈਮ ਤੇ ਮੈਂ ਤੁਹਾਨੂੰ ਹਮੇਸ਼ਾ ਦੱਸਿਆ ਕਿ ਇੱਕ ਆਈਡੀਆ BP1 ਦਾ ਮੇਨ ਆਈਡੀਆ, BP2 ਦਾ ਮੇਨ ਆਈਡੀਆ ਤੁਸੀਂ ਪ੍ਰੈਜ਼ੈਂਟ ਕਰੋ ਥੀਸਿਸ ਦੇ ਵਿੱਚ। ਬਟ there is a relaxation in problematic essay because there is no need to write ideas, ਇਹਦੇ ਵਿੱਚ ਆਈਡੀਆਜ਼ ਮੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਲਾਈਕ ਡਾਇਰੈਕਟ ਥੀਸਿਸ ਤੁਹਾਨੂੰ ਦੇਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇਸ ਦੇ ਵਿੱਚ ਇਨਡਾਇਰੈਕਟ ਥੀਸਿਸ ਵੀ ਦੇ ਸਕਦੇ ਹੋ। ਲਾਈਕ ਦਿਸ ਐਸੇ ਵਿਲ ਡਿਸਕਸ ਦ ਕਾਜ਼ਸ, ਅਗਰ ਤੁਹਾਨੂੰ ਪੁੱਛੇ ਨੇ ਰੀਜ਼ਨਸ ਪੁੱਛੇ ਨੇ, ਇਫੈਕਟਸ ਪੁੱਛੇ ਨੇ, ਵਿਦ ਪ੍ਰੀਵੈਂਟਿਵ ਵੇ ਆਊਟਸ ਹੈ ਨਾ, ਵਿਦ ਮੈਜਰਸ ਟੂ ਕੰਬੈਟ ਦਿਸ ਪ੍ਰੋਬਲਮ, ਟੂ ਵਿਦ ਮੈਜਰਸ ਟੂ ਰੈਕਟੀਫਾਈ ਦਿਸ ਪ੍ਰੋਬਲਮ, ਇਸ ਤਰ੍ਹਾਂ ਕਰਕੇ ਤੁਸੀਂ ਉਹ ਚੀਜ਼ਾਂ ਇਹਦੇ ਵਿੱਚ ਪ੍ਰੋਵਾਈਡ ਕਰ ਸਕਦੇ ਹੋ। ਸੋ ਪ੍ਰੋਬਲਮੈਟਿਕ ਐਸੇ ਦੇ ਵਿੱਚ ਇੱਕ ਸਾਨੂੰ ਰਿਲੈਕਸੇਸ਼ਨ ਬੈਨੀਫਿਟ ਇਹ ਮਿਲ ਜਾਂਦਾ ਕਿ ਅਸੀਂ ਇਨਡਾਇਰੈਕਟ ਥੀਸਿਸ ਦੇ ਸਕਦੇ। ਲਾਸਟ ਇੰਪੋਰਟੈਂਟ ਥਿੰਗ ਜਿਹੜੀ ਤੁਸੀਂ ਧਿਆਨ ਰੱਖਣੀ ਆ ਵੈਨ ਯੂ ਆਰ ਗਿਵਿੰਗ ਥੀਸਿਸ ਇਨ ਪ੍ਰੋਬਲਮੈਟਿਕ ਐਸੇ, ਨੈਵਰ ਗਿਵ ਯੋਰ ਓਪੀਨੀਅਨ, ਠੀਕ ਹੈ। ਇਹ ਪਹਿਲਾਂ ਤਾਂ ਓਪੀਨੀਅਨ ਬੇਸਡ ਐਸੇ ਨਹੀਂ ਹੈਗਾ ਐਂਡ ਉਹਨਾਂ ਨੇ ਤੁਹਾਡਾ ਓਪੀਨੀਅਨ ਵੀ ਪੁੱਛਿਆ ਨਹੀਂ ਹੈ। ਓਪੀਨੀਅਨ ਦੀ ਬਿਲਕੁਲ ਵੀ ਇੱਥੇ ਜ਼ਰੂਰਤ ਨਹੀਂ ਹੈ। ਅਗਰ ਤੁਸੀਂ ਓਪੀਨੀਅਨ ਦੇਤਾ ਇੱਥੇ ਦੈਨ ਇਟ ਵਿਲ ਬੀ ਅ ਨੈਗੇਟਿਵ ਇੰਪ੍ਰੈਸ਼ਨ, ਹੈ ਨਾ, ਤੁਹਾਡਾ ਨੈਗੇਟਿਵ ਇੰਪ੍ਰੈਸ਼ਨ ਜਾਏਗਾ ਐਗਜ਼ਾਮੀਨਰ ਕੋਲ ਕਿ ਓਪੀਨੀਅਨ ਪੁੱਛਿਆ ਵੀ ਨਹੀਂ ਸੀ, ਅਨਨੈਸੈਸਰੀ ਓਪੀਨੀਅਨ ਦੇ ਰਹੇ ਨੇ। ਸੋ ਟਾਸਕ ਰਿਸਪੌਂਸ ਦੇ ਵਿੱਚ ਹੋ ਸਕਦਾ ਹੈ ਤੁਹਾਨੂੰ ਪੈਨਲਟੀ ਮਿਲੇ, ਉੱਥੇ ਤੁਹਾਡਾ ਬੈਂਡ ਸਕੋਰ ਡਿਡਕਟ ਹੋ ਸਕੇ। ਨੈਕਸਟ ਕਮ ਟੂ ਦ ਬੋਡੀ ਪੈਰਾਗ੍ਰਾਫਸ। ਵੈਨ ਇਟ ਕਮਸ ਟੂ ਬੋਡੀ ਪੈਰਾਗ੍ਰਾਫ ਇਨ ਪ੍ਰੋਬਲਮੈਟਿਕ ਐਸੇ, ਸਾਨੂੰ ਇਹ ਡਿਸਾਈਡ ਵੀ ਨਹੀਂ ਕਰਨਾ ਪੈਂਦਾ ਕਿ ਅਸੀਂ BP1 ਦੇ ਵਿੱਚ ਕੀ ਲਿਖਣਾ ਹੈ, BP2 ਦੇ ਵਿੱਚ ਕੀ ਲਿਖਣਾ ਹੈ, ਬਿਕਾਜ਼ ਉਹਨਾਂ ਨੇ ਆਲਰੇਡੀ ਪੁੱਛ ਲਿਆ what are the causes and what are the solutions। so clearly BP1 ਦੇ ਵਿੱਚ ਅਸੀਂ causes provide ਕਰਾਂਗੇ and BP2 ਦੇ ਵਿੱਚ ਅਸੀਂ solutions provide ਕਰਾਂਗੇ। but ਅਗਰ ਉਹਨਾਂ ਨੇ ਪੁੱਛ ਲਿਆ what are the effects, causes and solutions, then I'll recommend ਤੁਸੀਂ 3 BP ਬਣਾ ਕੇ ਆਓ। ਨੰਬਰ 1 for the effects, ਨੰਬਰ 2 for the causes and ਨੰਬਰ 3 for the solutions, ਠੀਕ ਹੈ। ਕਦੇ ਵੀ ਉਹਨਾਂ ਨੂੰ 2 BPs ਬਣਾ ਕੇ ਮਿਕਸ ਮੈਚ ਨਾ ਕਰਕੇ ਆਓ ਇੱਕ ਦੂਸਰੇ ਦੇ ਵਿੱਚ, ਠੀਕ ਹੈ। ਫਿਰ ਐਗਜ਼ਾਮੀਨਰ ਨੂੰ ਵੀ ਸਮਝਣਾ ਔਖਾ ਹੋ ਜਾਏਗਾ ਐਂਡ ਤੁਹਾਡੇ ਲਈ ਵੀ ਲਿਖਣਾ ਥੋੜਾ ਡਿਫਿਕਲਟ ਹੋ ਸਕਦਾ ਹੈ। ਬਟ ਇਫ ਦੇयर ਆਰ 2 ਥਿੰਗਸ ਲਾਈਕ causes and solution, then it's always good to go for the 2 BPs। BP1 ਦੇ ਵਿੱਚ ਹਮੇਸ਼ਾ ਅਸੀਂ ਲਿਖਣ ਜਾ ਰਹੇ ਹਾਂ causes and BP2 ਦੇ ਵਿੱਚ solutions। now very important thing here to note is guys, question ਦੇ ਵਿੱਚ ਉਹਨਾਂ ਨੇ ਪੁੱਛਿਆ what are the causes and what are the solutions, ਹੈ ਨਾ, ਮੀਨਸ ਉਹਨਾਂ ਨੇ ਪਲੂਰਲ ਪੁੱਛੇ ਨੇ। ਸੋ BP1 and BP2 ਦੇ ਵਿੱਚ it becomes necessary ਕਿ ਤੁਸੀਂ ਹਮੇਸ਼ਾ 2 ideas 2 points mention ਕਰਕੇ ਆਓ। ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ BP1 ਦੇ ਵਿੱਚ ਇੱਕ cause ਲਿਖਤਾ ਤੇ BP2 ਦੇ ਵਿੱਚ 2 solution provide ਕਰਤੇ or you are doing vice versa, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। then you will get penalty because examiner ਦੀ demand ਹੈ causes and solutions, means 2 ਤਾਂ ਤੁਹਾਨੂੰ provide ਕਰਨੇ ਪੈਣਗੇ and 2 are more than sufficient। fine, now BP1 ਨੂੰ start ਕਿਵੇਂ ਕਰਨਾ ਹੈ? BP1 ਨੂੰ ਤੁਸੀਂ ਹਮੇਸ਼ਾ ਇੱਕ ਜਰਨਲ ਲਾਈਨ ਦੇ ਨਾਲ start ਕਰੋ, then present your first main idea, ਉਸ ਤੋਂ ਬਾਅਦ ਉਹਨੂੰ ਸਪੋਰਟ ਕਰੋ। ਲਾਈਕ ਇਫ ਤੁਸੀਂ ਪੋਲਿਊਸ਼ਨ ਦੀ ਗੱਲ ਕਰ ਰਹੇ ਹੋ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਪੋਲਿਊਸ਼ਨ ਹੋ ਰਿਹਾ, ਇੱਕ ਪ੍ਰੋਬਲਮ ਹੋ ਰਹੀ ਹੈ ਨਾ, ਇਹਦੇ ਕਾਜ਼ਸ ਕੀ ਨੇ, ਇਹਦੇ ਰੀਜ਼ਨਸ ਕੀ ਨੇ। ਸੋ ਵਟ ਵੁੱਡ ਬੀ ਦ ਮੇਨ ਕਾਜ਼ ਆਫ ਪੋਲਿਊਸ਼ਨ, ਜਿਹੜਾ ਵੀ ਮੇਨ ਕਾਜ਼ ਤੁਹਾਡੇ ਮਾਈਂਡ ਦੇ ਵਿੱਚ ਆ ਰਿਹਾ, ਲਾਈਕ ਟਰਾਂਸਪੋਰਟੇਸ਼ਨ ਆ ਰਹੀ ਹੈ, ਵਹੀਕਲਸ ਆ ਰਹੇ ਨੇ ਜਾਂ ਕੁਝ ਵੀ ਆ ਰਿਹਾ, ਉਹ ਤੁਹਾਡਾ ਹੋਣਾ ਚਾਹੀਦਾ ਮੇਨ ਆਈਡੀਆ। ਫਿਰ ਉਹਨੂੰ ਪ੍ਰੋਪਰ ਇਲੈਬੋਰੇਟ ਕਰੋ। ਲਾਈਕ ਅਗਰ ਉਹ ਵਹੀਕਲਸ ਹੋ ਰਹੇ ਨੇ, ਲਾਈਕ ਟਰਾਂਸਪੋਰਟੇਸ਼ਨ ਹੋ ਰਹੇ ਨੇ, ਬਹੁਤ ਜ਼ਿਆਦਾ ਵਹੀਕਲਸ ਰੋਡ ਤੇ ਹੋ ਰਹੇ ਨੇ, ਉਹਨਾਂ ਦਾ ਕਾਜ਼ ਕੀ ਹੋ ਰਿਹਾ, ਉਹਨਾਂ ਦਾ ਕਾਰਨ ਕੀ ਹੈ, ਉਸਦੇ ਨਾਲ ਕੀ ਹੋ ਰਿਹਾ, that would be your supporting idea, means your sub idea। ਉਸਨੂੰ ਪ੍ਰੋਪਰ ਐਕਸਪਲੇਨ ਕਰੋ। ਐਂਡ ਦੇ ਵਿੱਚ ਅਗਰ ਦੇ ਸਕਦੇ ਹੋ ਐਗਜ਼ਾਮਪਲ ਵੀ ਪ੍ਰੋਵਾਈਡ ਕਰੋ, ਠੀਕ ਹੈ। ਇੱਕ ਐਗਜ਼ਾਮਪਲ ਇੱਕ BP ਦੇ ਵਿੱਚ ਸਫੀਸ਼ੀਐਂਟ ਹੈ, ਲਾਈਕ 1 ਐਗਜ਼ਾਮਪਲ ਇਨ BP1 ਐਂਡ 1 ਐਗਜ਼ਾਮਪਲ ਇਨ BP2। ਦੈਨ ਆਪਣਾ ਸੈਕਿੰਡ ਪੁਆਇੰਟ ਸਟਾਰਟ ਕਰੋ। ਸੈਕਿੰਡ ਪੁਆਇੰਟ ਖਤਮ ਹੁੰਦੇ ਹੀ, ਸੈਕਿੰਡ ਪੁਆਇੰਟ ਵੀ ਤੁਸੀਂ ਸੇਮ ਵੇ ਲਿਖਣਾ, ਮੇਨ ਆਈਡੀਆ, ਸਪੋਰਟਿੰਗ ਆਈਡੀਆ, ਐਂਡ ਸੈਕਿੰਡ ਪੁਆਇੰਟ ਖਤਮ ਹੁੰਦੇ ਹੀ ਇੱਕ BP ਨੂੰ ਤੁਸੀਂ ਕਨਕਲੂਡ ਕਰੋ, ਮੀਨਸ ਸਮ ਅਪ ਕਰੋ, ਉਸਦਾ ਨਿਚੋੜ ਦੇ ਦਿਓ। ਲਾਈਕ ਇਹਨਾਂ ਕਾਰਨਾਂ ਕਰਕੇ, ਹੈ ਨਾ, ਡਿਊ ਟੂ these reasons, due to these factors, pollution ਬਹੁਤ ਜ਼ਿਆਦਾ ਵੱਧ ਰਿਹਾ, pollution is exaggerating day by day। ਕੋਈ ਵੀ ਤੁਹਾਨੂੰ ਟੌਪਿਕ ਆਇਆ, ਤੁਸੀਂ thus, henceforth, therefore, thereupon ਲਗਾ ਕੇ ਉਸਨੂੰ ਐਂਡ ਜ਼ਰੂਰ ਕਰਕੇ ਆਓ। ਸੇਮ ਵੇ ਤੁਸੀਂ BP2 ਨੂੰ ਲਿਖਣਾ। BP2 ਦੇ ਵਿੱਚ ਅਗਰ ਤੁਸੀਂ ਸੋਲੂਸ਼ਨਸ ਲਿਖ ਰਹੇ ਹੋ, ਇੱਕ ਜਨਰਲ ਲਾਈਨ ਜ਼ਰੂਰ ਦੇ ਕੇ ਆਓ, ਬਿਕਾਜ਼ ਟੌਪਿਕ ਡਿਫਰੈਂਟ ਹੈ ਨਾ। ਸੋ ਜਨਰਲ ਲਾਈਨ ਦੇਣਾ BP2 ਦੇ ਵਿੱਚ ਵੀ ਮੈਂਡੇਟਰੀ ਹੈ। ਲਾਈਕ ਕੀ ਹੋ ਸਕਦਾ ਹੈ, ਉਹਦੇ ਪ੍ਰੋਪਰ ਸੋਲੂਸ਼ਨਸ ਕੀ ਹੋ ਸਕਦੇ ਨੇ, ਵੇ ਆਊਟਸ ਕੀ ਹੋ ਸਕਦੇ ਨੇ, ਪ੍ਰੀਵੈਂਟਿਵ ਮੈਜਰਸ ਕੀ ਹੋ ਸਕਦੇ ਨੇ, ਹੈ ਨਾ, ਟੂ ਰੈਕਟੀਫਾਈ ਦਿਸ ਪ੍ਰੋਬਲਮ, ਟੂ combat this menace। ਇਸ ਤਰ੍ਹਾਂ ਵਰਡਸ ਨੂੰ ਵੀ ਚੇਂਜ ਕਰੋ, ਸਿਨੋਨਿਮਸ ਦੇ ਨਾਲ ਪਲੇ ਕਰੋ। ਸੇਮ ਵੇ ਫਸਟ ਆਈਡੀਆ ਦਾ ਮੇਨ ਆਈਡੀਆ, ਸਪੋਰਟਿੰਗ ਆਈਡੀਆ, ਐਗਜ਼ਾਮਪਲ ਅਗਰ ਦੇ ਸਕਦੇ ਹੋ ਡੈਫੀਨੇਟਲੀ ਦਿਓ, ਅਗਰ ਨਹੀਂ ਦੇ ਸਕਦੇ ਤਾਂ ਉਹਨੂੰ ਤੁਸੀਂ ਲੀਵ ਵੀ ਕਰ ਸਕਦੇ ਹੋ। ਬਟ ਇਫ ਐਗਜ਼ਾਮੀਨਰ ਇਜ਼ ਆਸਕਿੰਗ ਅਬਾਊਟ ਦ ਐਗਜ਼ਾਮਪਲ, ਲਾਈਕ ਕੁਐਸਚਨ ਦੇ ਵਿੱਚ ਹੀ ਲਿਖਿਆ ਹੋਇਆ ਗਿਵ ਐਗਜ਼ਾਮਪਲਸ ਫਰੋਮ ਯੂਅਰ ਐਕਸਪੀਰੀਅੰਸ ਜਾਂ ਗਿਵ ਪ੍ਰੋਵਾਈਡ ਸਮ ਐਗਜ਼ਾਮਪਲਸ, ਦੈਨ ਐਗਜ਼ਾਮਪਲ ਦੇਣਾ ਮੈਂਡੇਟਰੀ ਬਣ ਜਾਂਦਾ। ਸੇਮ ਵੇ BP2 ਨੂੰ ਵੀ ਤੁਸੀਂ ਕਨਕਲੂਡ ਕਰੋ, ਐਂਡ ਕਰੋ, ਠੀਕ ਹੈ, ਸਮ ਅਪ ਕਰਕੇ ਆਓ, ਉਸਦਾ ਨਿਚੋੜ ਪ੍ਰੋਪਰ ਦੇ ਕੇ ਆਓ। ਲਾਸਟ but not the least is conclusion।
ਕਨਕਲੂਜਨ ਗਾइस ਹਮੇਸ਼ਾ ਤੁਹਾਡਾ ਇਫੈਕਟਿਵ ਹੋਣਾ ਚਾਹੀਦਾ ਹੈ। ਕਨਕਲੂਜਨ ਲਿਖਦੇ ਟਾਈਮ ਵੀ ਤੁਸੀਂ ਪ੍ਰੋਬਲਮੈਟਿਕ ਐਸੇ ਲਿਖ ਰਹੇ ਹੋ ਜਾਂ ਕੋਈ ਵੀ ਲਿਖ ਰਹੇ ਹੋ, देयर आर 2-3 points which you should always consider। number 1 is never add or never give a new idea। ਨਾ ਕਦੇ ਵੀ ਕੋਈ ਨਿਊ ਆਈਡੀਆ ਨਾ ਲੈ ਕੇ ਆਓ ਆਪਣੀ ਕਨਕਲੂਜਨ ਦੇ ਵਿੱਚ। ਕਨਕਲੂਜਨ ਕੀ ਹੁੰਦਾ, ਦੇਖੋ ਅਗਰ ਆਪਾਂ ਸੋਚੀਏ ਕਨਕਲੂਜਨ ਹੁੰਦਾ ਕਿਸੇ ਵੀ ਚੀਜ਼ ਦਾ ਸਮ ਅਪ, ਕਿਸੇ ਵੀ ਚੀਜ਼ ਦਾ ਨਿਚੋੜ, ਹੈ ਨਾ। ਜੋ ਅਸੀਂ ਇੰਟਰੋਡਕਸ਼ਨ ਦੇ ਵਿੱਚ ਲਿਖਿਆ ਉਸੇ ਚੀਜ਼ ਨੂੰ ਤੁਸੀਂ ਪੈਰਾਫਰੇਜ਼ ਕਰ ਦਿਓ ਜਾਂ ਫਿਰ ਮੈਂ ਕਹਾਂ ਰੀਫਰੇਜ਼ ਕਰ ਦਿਓ ਇਨ ਕਨਕਲੂਜਨ, ਠੀਕ। ਸੋ ਕਨਕਲੂਜਨ ਦੀ ਫਰਸਟ ਲਾਈਨ ਕੀ ਬਣ ਸਕਦੀ ਹੈ, ਜਿਹੜੀ ਸਾਡੀ ਇੰਟਰੋਡਕਸ਼ਨ ਦੀ ਅਸੀਂ ਪੈਰਾਫਰੇਜ਼ਿੰਗ ਕੀਤੀ ਸੀ, ਹੈ ਨਾ, ਉਸ ਨੂੰ ਤੁਸੀਂ ਰੀਫਰੇਜ਼ ਕਰ ਦਿਓ, ਉਹ ਤੁਹਾਡਾ ਕਨਕਲੂਜਨ ਦਾ ਫਰਸਟ ਲਾਈਨ ਹੋ ਜਾਏਗਾ। ਸੈਕਿੰਡ ਸੈਂਟੈਂਸ ਕਨਕਲੂਜਨ ਦਾ ਕੀ ਬਣ ਸਕਦਾ ਹੈ, ਤੁਸੀਂ ਅਗਰ ਫਰਸਟ ਤੇ ਸੈਕਿੰਡ ਆਈਡੀਆ BP1 ਤੇ BP2 ਦੇ ਇੰਟਰੋਡਕਸ਼ਨ ਦੇ ਵਿੱਚ ਪ੍ਰੋਵਾਈਡ ਕਰ ਚੁੱਕੇ ਹੋ, ਦੈਨ BP1 ਦਾ ਸੈਕਿੰਡ ਆਈਡੀਆ ਐਂਡ BP2 ਦਾ ਸੈਕਿੰਡ ਆਈਡੀਆ ਤੁਸੀਂ ਕਨਕਲੂਜਨ ਦੇ ਵਿੱਚ ਪ੍ਰੋਵਾਈਡ ਕਰ ਦਿਓ, ਦੈਨ ਇਟ ਵਿਲ ਬਿਕਮ ਵੈਰੀ ਇਫੈਕਟਿਵ ਕਨਕਲੂਜਨ। ਐਂਡ ਐਗਜ਼ਾਮੀਨਰ ਤੇ ਜਾਂਦੇ ਜਾਂਦੇ ਤੁਹਾਡਾ ਲਾਸਟ ਇੰਪ੍ਰੈਸ਼ਨ ਕੀ ਬਣ ਜਾਏਗਾ, ਫਾਈਨਲ ਇੰਪ੍ਰੈਸ਼ਨ ਬਣ ਜਾਏਗਾ। ਨਾਓ ਕਮਿੰਗ ਟੂ ਦ ਵਰਡ ਲਿਮਿਟ, ਅਗਰ ਵਰਡ ਲਿਮਿਟ ਦੀ ਗੱਲ ਕਰੀਏ, ਇੰਟਰੋਡਕਸ਼ਨ ਦੀ ਵਰਡ ਲਿਮਿਟ ਤੁਹਾਡੀ ਹੋਣੀ ਚਾਹੀਦੀ ਹੈ 50 to 60 ਵਰਡਸ ਇਨ ਬਿਟਵੀਨ। BP1 ਐਂਡ BP2 ਦੇ ਲਈ ਤੁਸੀਂ 100 to 120 ਵਰਡਸ ਇਨ ਬਿਟਵੀਨ ਜਾ ਸਕਦੇ ਹੋ। ਅਗਰ ਤੁਸੀਂ ਬਣਾ ਰਹੇ ਹੋ 2 body paragraphs, if you are making 3 body paragraphs, then it should be like 70 to 90 in words between, and for conclusion it should be 30 to 40 in words, ठीक है। 30 to 45 लिख दो, 40 लिख दो, इस तो ज़्यादा ना जाओ। अगर इस तरह की वर्ड लिमिट लिख के आओगे एंड इस प्रॉपर लेआउट के नाल एक प्रॉब्लमेटिक ऐसे नु लिख के आओगे, डेफिनेटली गाइज you will achieve your desired band score, I can bet। So guys, that's all for today's video। I hope you came to know how to write problematic essay in an effective manner, है ना। problematic essay easy तो बहुत होता है, but at the same time we should consider all these points, all these strategies। अगर इन्हां नु follow करके जाओगे, definitely you could add a feather to your cap। If you have any doubts, do write me in the comment section। And yes guys, I have a humble request, if you find the video useful and helpful, please subscribe to my channel and hit the like button। Thank you so much, bye bye, take care।